ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਵੈਰੀ ਹੰਬਲ ਰਿਕੁਐਸਟ ਹੈ ਕਿ ਕਾਈਂਡਲੀ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਕਰਿਓ। ਅੱਜ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਭਾਰਤ ਅਤੇ ਸੰਸਾਰ, ਕਦੋਂ, ਕਿੱਥੇ ਅਤੇ ਕਿਵੇਂ। ਇਹ ਟੌਪਿਕ ਜਿਹੜੇ ਬੱਚੇ ਸੀਟੈਟ SST ਮਾਸਟਰ ਕੇਡਰ ਔਰ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ SST ਵਾਲੇ ਪ੍ਰੈਪਰੇਸ਼ਨ ਕਰ ਰਹੇ ਨੇ, ਉਹਨਾਂ ਦੇ ਲਈ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹ ਮੈਂ NCERT ਜਿਹੜੀ PSCB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਹੈ ਉਹਦੇ ਵਿੱਚੋਂ ਕਰਵਾ ਰਹੀ ਹਾਂ। ਇਹਦੇ ਵਿੱਚ ਜਿਹੜੀਆਂ ਇੰਪੋਰਟੈਂਟ ਗੱਲਾਂ ਹੈਗੀਆਂ ਨੇ, ਸਭ ਤੋਂ ਪਹਿਲਾਂ ਤਾਂ ਇਸ ਚੈਪਟਰ ਦੇ ਵਿੱਚ ਦੱਸਿਆ ਹੋਇਆ ਹੈ ਕਿ ਭਾਰਤੀ ਉਪ ਮਹਾਂਦੀਪ ਦਾ ਵਰਣਨ ਕਰਨ ਲਈ ਰੱਖੇ ਗਏ ਨਾਂ। ਵੀ ਮਸਟ ਨੋ ਕਿ ਉਸ ਟਾਈਮ 'ਤੇ ਭਾਰਤੀ ਉਪ ਮਹਾਂਦੀਪ ਨੂੰ ਪੁਰਾਣੇ ਸਮੇਂ ਦੇ ਵਿੱਚ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀਗਾ। ਔਰ ਭਾਰਤੀ ਉਪ ਮਹਾਂਦੀਪ ਦੇ ਵਿੱਚ ਕਿਹੜੇ 6 ਦੇਸ਼ ਆਉਂਦੇ ਸੀਗੇ। 1 ਇਜ਼ ਇੰਡੀਆ, ਠੀਕ ਹੈ ਜੀ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਦਿਸ ਇਜ਼ ਭੂਟਾਨ, ਦਿਸ ਇਜ਼ ਬੰਗਲਾਦੇਸ਼। ਇਹ ਵਾਲੇ ਜਿਹੜੇ 6 ਦੇਸ਼ ਹੈਗੇ ਨੇ, ਪਾਕਿਸਤਾਨ, ਅਫਗਾਨਿਸਤਾਨ, ਭਾਰਤ, ਨੇਪਾਲ ਅਤੇ ਭੂਟਾਨ ਅਤੇ ਬੰਗਲਾਦੇਸ਼, ਇਹ 6 ਦੇਸ਼ ਜਿਹੜੇ ਸੀ ਭਾਰਤੀ ਉਪ ਮਹਾਂਦੀਪ ਦਾ ਹਿੱਸਾ ਸਨ। ਠੀਕ ਹੈ ਜੀ। ਹੁਣ ਡਿਫਰੈਂਟ ਟਾਈਮ 'ਤੇ ਡਿਫਰੈਂਟ ਨੇਮਸ ਦੇ ਨਾਲ ਜਿਹੜਾ ਸੀ ਜਾਣਿਆ ਜਾਂਦਾ ਸੀ। ਵੈਦਿਕ ਕਾਲ ਦੇ ਵਿੱਚ ਜਿਹੜਾ ਭਾਰਤ ਹੈ ਉਹਨੂੰ ਆਰੀਆਵਰਤ ਕਿਹਾ ਜਾਂਦਾ ਸੀ। ਆਰੀਆਵਰਤ ਦਾ ਮੀਨ ਹੈਗਾ ਆਰੀਆ ਦਾ ਦੇਸ਼। ਠੀਕ ਹੈ ਜੀ। ਮਹਾਭਾਰਤ ਅਤੇ ਪੁਰਾਣਾਂ ਦੇ ਸਮੇਂ ਇਸ ਨੂੰ ਰਾਜਾ ਭਰਤ ਦੇ ਨਾਂ 'ਤੇ ਭਰਤ ਵਰਸ਼ ਕਿਹਾ ਜਾਣ ਲੱਗਾ। ਇਰਾਨੀਆਂ ਨੇ ਇਸ ਨੂੰ ਹਿੰਦੂ ਦਾ ਨਾਂ ਦਿੱਤਾ ਔਰ ਯੂਨਾਨੀ ਜਿਹੜੇ ਸੀ ਉਹ ਇੰਡਸ ਕਹਿੰਦੇ ਸੀ। ਠੀਕ ਹੈ ਜੀ। ਬਾਈਬਲ ਦੇ ਵਿੱਚ ਹੋਡੂ ਕਿਹਾ ਜਾਂਦਾ ਸੀ। ਠੀਕ ਹੈ। ਔਰ ਚਾਈਨੀਜ਼ ਜਿਹੜੇ ਲੋਕ ਸੀਗੇ ਉਹ ਭਾਰਤ ਨੂੰ ਤਾਇਨ ਚੂ ਦੇ ਨਾਮ ਨਾਲ ਜਾਣਦੇ ਸੀਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਚੀਨੀ ਯਾਤਰੀ ਸੀਗਾ ਹਿਊਨ ਸੌਂਗ, ਇਹ ਵੀ ਭਾਰਤ ਦੀ ਯਾਤਰਾ ਦੇ ਵਿੱਚ ਆਇਆ ਸੀਗਾ। ਠੀਕ ਹੈ। ਭਾਰਤ ਦੇ ਉੱਪਰ ਭਾਰਤ ਦੇ ਵਿੱਚ ਯਾਤਰਾ ਕਰਨ ਲਈ ਆਇਆ ਸੀਗਾ ਔਰ ਇਹਨੇ ਭਾਰਤ ਨੂੰ ਇੰਟੂ ਕਿਹਾ। ਠੀਕ ਹੈ ਜੀ। ਇਹਦੇ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ। ਠੀਕ ਹੈ ਜੀ। ਮੇਨ ਜਿਹੜਾ ਇਹ ਵਾਲਾ ਪੈਸੇਜ ਹੈ ਇਹਦੇ ਵਿੱਚ ਯਾਦ ਰੱਖਣ ਯੋਗ ਚੀਜ਼ਾਂ ਸਿਰਫ ਇੰਨੀਆਂ ਕੀ ਨੇ ਕਿ ਵੈਦਿਕ ਕਾਲ ਦੇ ਟਾਈਮ ਆਰੀਆਵਰਤ ਕਹਿੰਦੇ ਸੀ। ਠੀਕ ਹੈ। ਮਹਾਭਾਰਤ ਅਤੇ ਪੁਰਾਣਾਂ ਦੇ ਟਾਈਮ ਭਾਰਤ ਵਰਸ਼ ਕਿਹਾ ਜਾਂਦਾ ਸੀ ਭਾਰਤ ਨੂੰ। ਇਰਾਨੀਆਂ ਨੇ ਇਹਨੂੰ ਹਿੰਦੂ ਕਿਹਾ, ਯੂਨਾਨੀਆਂ ਨੇ ਇਹਨੂੰ ਇੰਡਸ ਕਿਹਾ, ਬਾਈਬਲ ਦੇ ਵਿੱਚ ਇਹਨੂੰ ਹੋਡੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਚਾਈਨੀਜ਼ ਨੇ ਤਾਇਨ ਚੂ ਕਿਹਾ, ਹਿਊਨ ਸੌਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਹੈ ਭਾਰਤੀ ਇਤਿਹਾਸ ਦੇ ਮੱਧਕਾਲੀਨ ਯੁੱਗ ਦੀ ਸਮਾਯੋਜਨਾ। ਕਹਿੰਦੇ ਆ ਕਿ ਕਿਸੇ ਵੀ ਜਿਹੜਾ ਦੇਸ਼ ਹੈਗਾ ਉਹਦੇ ਇਤਿਹਾਸ ਨੂੰ ਆਪਾਂ ਮੇਨਲੀ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ, ਲਾਈਕ ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ, ਆਧੁਨਿਕ ਯੁੱਗ। ਠੀਕ ਹੈ। ਔਰ ਜਿਹੜਾ ਪ੍ਰਾਚੀਨ ਯੁੱਗ ਅਤੇ ਆਧੁਨਿਕ ਯੁੱਗ ਦੇ ਵਿਚਕਾਰਲਾ ਟਾਈਮ ਹੁੰਦਾ ਉਹਨੂੰ ਆਪਾਂ ਮੱਧਕਾਲੀਨ ਯੁੱਗ ਕਹਿੰਦੇ ਹਾਂ। ਹੁਣ 8ਵੀਂ ਸਦੀ ਤੋਂ ਲੈ ਕੇ ਜਿਹੜਾ 18ਵੀਂ ਸਦੀ ਤੱਕ ਦਾ ਟਾਈਮ ਹੈਗਾ ਉਹਨੂੰ ਆਪਾਂ ਮੱਧਕਾਲੀਨ ਯੁੱਗ ਕਹਿੰਦੇ ਹਾਂ। ਔਰ ਭਾਰਤ ਦੇ ਵਿੱਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਕਿਹਾ ਜਾਂਦਾ ਹੈ। ਵਾਈ, ਕਿਉਂ ਕਿਹਾ ਜਾਂਦਾ ਹੈ ਪਰਿਵਰਤਨ ਦੀ ਸਦੀ? ਵਾਟ ਇਜ਼ ਦਾ ਰੀਜ਼ਨ ਇਹ ਸੀਗਾ ਕਿ ਜਦੋਂ ਭਾਰਤ ਦੇ ਵਿੱਚ 8ਵੀਂ ਸ਼ਤਾਬਦੀ 8ਵੀਂ ਸਦੀ ਨੂੰ ਭਾਰਤ ਦੇ ਵਿੱਚ ਪਰਿਵਰਤਨ ਦੀ ਸਦੀ ਮੰਨਿਆ ਜਾਂਦਾ ਹੈ। ਹੁਣ ਇਹ ਪਰਿਵਰਤਨ ਦੀ ਸਦੀ ਕਿਉਂ ਮੰਨਿਆ ਜਾਂਦਾ ਹੈ? ਉਹਦਾ ਰੀਜ਼ਨ ਹੈ ਕਿ ਉਸ ਟਾਈਮ 'ਤੇ, ਠੀਕ ਹੈ, 8ਵੀਂ ਸਦੀ ਦੇ ਟਾਈਮ ਦੇ ਦੌਰਾਨ ਕੀ ਹੋਇਆ ਸੀਗਾ ਕਿ ਸਮਾਜ, ਰਾਜਨੀਤੀ, ਅਰਥ ਵਿਵਸਥਾ, ਸੱਭਿਆਚਾਰ ਅਤੇ ਧਰਮ ਵਿੱਚ ਬਹੁਤ ਸਾਰੀਆਂ ਚੇਂਜਿਸ ਆਈਆਂ ਸੀਗੀਆਂ, ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਸਨ। ਠੀਕ ਹੈ। ਔਰ 18ਵੀਂ ਸਦੀ ਦੇ ਮੱਧ ਵਿੱਚ ਮੁਗਲ ਸਾਮਰਾਜ ਦੇ ਖੇੜੂ ਹੋਣ ਅਤੇ ਅੰਗਰੇਜ਼ਾਂ ਦੇ ਸ਼ਕਤੀ ਵਿੱਚ ਆਉਣ ਨੂੰ ਮੱਧਕਾਲੀਨ ਯੁੱਗ ਦਾ ਅੰਤ ਕਿਹਾ ਜਾਂਦਾ ਹੈ। ਮੱਧਕਾਲੀਨ ਯੁੱਗ ਨੂੰ ਵੀ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਮੁੱਢਲਾ ਮੱਧਕਾਲੀਨ ਅਤੇ ਉੱਤਰ ਮੱਧਕਾਲੀਨ। 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਆਰੰਭਕ ਟਾਈਮ ਜਿਹੜਾ ਸੀ ਉਹਨੂੰ ਆਪਾਂ ਮੁੱਢਲਾ ਮੱਧਕਾਲੀਨ ਯੁੱਗ ਮੰਨਦੇ ਹਾਂ, ਜਦੋਂ ਕਿ 13ਵੀਂ ਸਦੀ ਤੋਂ 18ਵੀਂ ਸਦੀ ਤੱਕ ਦੇ ਟਾਈਮ ਨੂੰ ਆਪਾਂ ਉੱਤਰ ਮੱਧਕਾਲੀਨ ਪੀਰੀਅਡ ਮੰਨਦੇ ਹਾਂ। ਠੀਕ ਹੈ। ਹੁਣ ਇਹ ਹੈ ਕਿ ਜਿਹੜਾ ਸਾਡਾ ਮੱਧਕਾਲੀਨ ਯੁੱਗ ਹੈ ਨਾ, ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਨੂੰ ਇਤਿਹਾਸਕਾਰ ਜਿਹੜੇ ਨੇ ਉਹ ਪੁਰਾਤੱਤਵ ਜਿਹੜੇ ਸਰੋਤ ਸੀਗੇ ਔਰ ਸਾਹਿਤਕ ਸਮੱਗਰੀ ਜਿਹੜੀ ਹੈ ਉਹਦੇ 'ਤੇ ਡਿਪੈਂਡੈਂਟ ਨੇ। ਠੀਕ ਹੈ। ਹੁਣ ਪੁਰਾਤੱਤਵ ਸਰੋਤਾਂ ਦੇ ਵਿੱਚ ਕੀ ਆਉਂਦਾ ਹੈ? ਪ੍ਰਾਚੀਨ ਸਮਾਰਕ, ਪ੍ਰਾਚੀਨ ਮੰਦਰ, ਸਿਲਾਲੇਖ, ਠੀਕ ਹੈ,
सिक्के हो गए, बर्तन हो गए, हथियार, गहने, चित्र आदि ਜਿਹੜੇ ਨੇ ਇਹ ਪੁਰਾਤਤਵ ਸਰੋਤ ਨੇ ਜਿਨ੍ਹਾਂ ਤੋਂ ਸਾਨੂੰ ਭਾਰਤੀ ਮੱਧਕਾਲੀਨ ਯੁੱਗ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ। ਠੀਕ ਹੈ, ਹੁਣ ਆਪਾਂ ਪ੍ਰਾਚੀਨ ਅਗਰ ਇਮਾਰਤਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਮੰਦਰ ਜਿਵੇਂ ਕਿ ਖੁਜਰਾਹੋ ਦਾ ਮੰਦਰ, ਇਹ ਜਿਹੜੀ ਫੋਟੋ ਦੱਸੀ ਹੋਈ ਹੈ ਸਾਹਮਣੇ, ਇਹ ਤੁਹਾਡੀ ਖੁਜਰਾਹੋ ਦਾ ਮਹਾਦੇਵ ਮੰਦਰ ਹੈ। ਠੀਕ ਹੈ, ਭੁਵਨੇਸ਼ਵਰ, ਕੋਨਾਰਕ, ਠੀਕ ਹੈ, ਆਦਿ। ਠੀਕ ਹੈ, ਮਸਜਿਦਾਂ ਜਿਵੇਂ ਕਿ ਜਾਮਾ ਮਸਜਿਦ ਹੋ ਗਈ, ਮੋਤੀ ਮਸਜਿਦ ਹੋ ਗਈ, ਕਿਲੇ, ਲਾਲ ਕਿਲਾ ਹੋ ਗਿਆ, ਆਗਰੇ ਦਾ ਕਿਲਾ ਹੋ ਗਿਆ, ਸਤੰਭ, ਕੁਤਬ ਮੀਨਾਰ ਹੋ ਗਿਆ। ਠੀਕ ਹੈ, ਮਹਿਲ, ਜੈਸਲਮਰ ਤੇ ਜੈਪੁਰ, ਇਹ ਜਿਹੜੇ ਨੇ ਪ੍ਰਾਚੀਨ ਇਮਾਰਤਾਂ ਨੇ ਜਿਨ੍ਹਾਂ ਤੋਂ ਸਾਨੂੰ ਭਾਰਤੀ ਮੱਧਕਾਲੀਨ ਯੁੱਗ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ। ਹੁਣ ਸ਼ਿਲਾਲੇਖ ਕੀ ਹੁੰਦੇ ਨੇ? ਕਹਿੰਦੇ ਸ਼ਿਲਾਲੇਖ ਸਾਨੂੰ ਮੁੱਢਲੇ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ, ਮਿਤੀਆਂ, ਸ਼ਾਸਕਾਂ ਦੇ ਵਿਅਕਤੀਗਤ ਗੁਣਾਂ, ਕਲਾ ਦੇ ਨਮੂਨਿਆਂ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਆਦਿ ਬਾਰੇ ਜਾਣਕਾਰੀ ਦਿੰਦੇ ਨੇ। ਸਿੱਕੇ ਜਿਹੜੇ ਨੇ ਇਹ ਵੀ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਅਤੇ ਪ੍ਰਸਿੱਧ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੰਦੇ ਨੇ। ਪ੍ਰਸਿੱਧ ਸ਼ਖਸੀਅਤਾਂ ਬਾਰੇ ਜਾਣਕਾਰੀ ਕਿੱਦਾਂ ਦੇਣਗੇ ਸਿੱਕੇ? ਮੰਨ ਲਓ ਸਿੱਕਿਆਂ ਦੇ ਉੱਪਰ ਉਸ ਟਾਈਮ ਦਾ ਜਿਹੜਾ ਕੋਈ ਮਹਾਨ ਰਾਜਾ ਹੋਵੇਗਾ ਹੈ ਨਾ, ਜਾਂ ਕੋਈ ਜਿਹੜੀ ਮਹਾਨ ਪਰਸਨੈਲਿਟੀ ਹੋਵੇਗੀ ਉਹਦੀ ਫੋਟੋ ਲੱਗੀ ਹੋਏਗੀ ਹੈ ਨਾ। ਜਿਸ ਤਰ੍ਹਾਂ ਕਿ ਐਲਿਜ਼ਾਬੈਥ ਦੀ ਲੱਗੀ ਹੁੰਦੀ ਹੈ, ਜਿਹੜੇ ਕਿ ਇੰਗਲੈਂਡ ਦੇ ਵਿੱਚ ਕੁਝ ਕੋਇਨਸ ਹੁੰਦੇ ਨੇ ਹੈ ਨਾ ਜਿਹੜੇ ਪੁਰਾਣੇ ਟਾਈਮ 'ਤੇ ਸੀ, ਉਹਦੇ ਵਿੱਚ ਐਲਿਜ਼ਾਬੈਥ ਦੀ ਫੋਟੋ ਲੱਗੀ ਹੋਈ ਹੈ ਨਾ। ਉਸੇ ਤਰ੍ਹਾਂ ਦੇਖੋ ਅਕਬਰ ਦੇ ਰਾਜਕਾਲ ਦੇ ਟਾਈਮ ਜਿਹੜੇ ਸਿੱਕੇ ਸੀਗੇ, ਠੀਕ ਹੈ, ਉਹਦੀ ਪਿਕਚਰ ਦਿਖਾਈ ਹੋਈ ਆ। ਹੁਣ ਸਾਹਿਤਕ ਸਰੋਤਾਂ 'ਚ ਕੀ ਆਉਂਦਾ? ਅੱਗੇ ਤਾਂ ਆਪਾਂ ਪੁਰਾਤਤਵ ਸਰੋਤ ਪੜ੍ਹੇ ਨੇ ਨਾ, ਜਿਹਦੇ ਵਿੱਚ ਆਪਾਂ ਸਿੱਕੇ ਪੜ੍ਹੇ ਨੇ, ਸ਼ਿਲਾਲੇਖ ਪੜ੍ਹੇ ਨੇ, ਮੰਦਿਰ ਪੜ੍ਹੇ ਨੇ, ਮਸਜਿਦਾਂ ਪੜ੍ਹੀਆਂ ਨੇ। ਹੁਣ ਗੱਲ ਕਰਦੇ ਹਾਂ ਸਾਹਿਤਕ ਸਰੋਤਾਂ ਦੀ। ਠੀਕ ਹੈ, ਇਹਦੇ ਵਿੱਚ ਕੀ ਆਉਂਦਾ ਹੈ? ਬਾਇਓਗ੍ਰਾਫੀਜ਼, ਆਟੋਬਾਇਓਗ੍ਰਾਫੀਜ਼, ਠੀਕ ਹੈ, ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ ਆਉਂਦੇ ਨੇ, ਉਹਨਾਂ ਦੀਆਂ ਜੀਵਨੀਆਂ, ਸਵੈ ਜੀਵਨੀਆਂ ਅਤੇ ਧਾਰਮਿਕ ਪੁਸਤਕਾਂ ਆਉਂਦੀਆਂ ਨੇ। ਠੀਕ ਹੈ, ਹੁਣ ਇਹ ਜਿਹੜਾ ਹੈਗਾ ਟੌਪਿਕ ਵਿਦੇਸ਼ੀ ਯਾਤਰੀਆਂ ਦੇ ਲੇਖ, ਇਹਦੇ ਵਿੱਚ ਇਹ ਹੈ ਕਿ ਇਬਨ ਬਤੂਤਾ ਇੱਕ ਵਿਦੇਸ਼ੀ ਯਾਤਰੀ ਸੀਗਾ। ਇਹਨੇ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀਗਾ ਕਿਤਾਬ ਉਲ ਰਹਿਲਾ ਲੇਖ। ਠੀਕ ਹੈ, ਇਹਦੇ ਵਿੱਚ ਜਿਹੜਾ ਉਸ ਟਾਈਮ 'ਤੇ ਰਾਜਾ ਸੀਗਾ ਮੁਹੰਮਦ ਬਿਨ ਤੁਗਲਕ, ਉਹਦੇ ਰਾਜ ਦੇ ਬਾਰੇ ਕਿ ਉਹਦੇ ਰਾਜ 'ਚ ਕਿੱਦਾਂ ਦਾ ਮਤਲਬ ਚੱਲਦਾ ਪਿਆ ਸੀਗਾ, ਪ੍ਰਸ਼ਾਸਨ ਕਿਸ ਤਰ੍ਹਾਂ ਦਾ ਸੀਗਾ, ਉਹਦੇ ਬਾਰੇ ਜਾਣਕਾਰੀ ਮਿਲਦੀ ਆ ਇਬਨ ਬਤੂਤਾ ਦੀ ਬੁੱਕ 'ਚ। ਅਲਬਰੂਨੀ ਨੇ ਵੀ ਜਦੋਂ ਭਾਰਤ ਆਇਆ ਸੀਗਾ ਅਤੇ ਇੱਕ ਲੇਖ ਲਿਖਿਆ ਸੀਗਾ। ਅਬਦੁਲ ਰਜ਼ਾਕ ਨੇ ਵਿਜੈਨਗਰ ਰਾਜ ਦੀ ਯਾਤਰਾ ਕੀਤੀ ਅਤੇ ਉਹਦੇ ਬਾਰੇ ਲਿਖਿਆ ਸੀਗਾ। ਠੀਕ ਹੈ, ਫਿਰ ਚਿੱਤਰਕਾਰੀ ਵੀ ਜਿਹੜੀ ਹੈ ਇਹਦੇ ਤੋਂ ਵੀ ਸਾਨੂੰ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਮਿਲਦੀ ਹੈ। ਸੰਗੀਤ ਜਿਹੜਾ ਹੈ ਇਹ ਮੁਗਲ ਸ਼ਾਸਕ ਜਿਹੜੇ ਸੀਗੇ, ਜਿੰਨੇ ਵੀ ਮੁਗਲ ਐਂਪਰਰ ਸੀਗੇ, ਇਹ ਸੰਗੀਤ ਦੇ ਬੜੇ ਜ਼ਿਆਦਾ ਮਤਲਬ ਕਿ ਯੂ ਕੈਨ ਸੇ ਦੈਟ ਕਿ ਇਹ ਮਿਊਜ਼ਿਕ ਲਵਰ ਸੀਗੇ। ਠੀਕ ਹੈ, ਔਰ ਇਸ ਲਈ ਉਹਨਾਂ ਦੇ ਰਾਜਕਾਲ ਵਿੱਚ ਸੰਗੀਤ ਦਾ ਬੜਾ ਵਿਕਾਸ ਹੋਇਆ। ਅਕਬਰ ਮੁਗਲ ਸ਼ਾਸਕ ਨੇ ਬਹੁਤ ਸਾਰੇ ਸੰਗੀਤਕਾਰਾਂ ਦੀ ਸਰਪ੍ਰਸਤੀ ਕੀਤੀ ਔਰ ਵਨ ਆਫ ਦੈਮ ਕੌਣ ਸੀ? ਤਾਨਸੇਨ। ਤਾਨਸੇਨ ਜਿਹੜਾ ਸੀਗਾ ਉਹਨਾਂ ਵਿੱਚੋਂ ਇੱਕ ਸੀਗਾ। ਠੀਕ ਹੈ, ਸੋ ਇਹਦੇ ਨਾਲ ਜਿਹੜਾ ਸਾਡਾ ਚੈਪਟਰ ਹੈਗਾ ਵਾ ਇਹ ਮੈਂ ਤੁਹਾਨੂੰ ਕਰਵਾ ਰਹੀ ਹਾਂ ਸਮਾਜਿਕ ਵਿਗਿਆਨ ਬੁੱਕ 7th ਕਲਾਸ ਦੀ ਬੁੱਕ ਹੈ, ਉਹਦੇ ਵਿੱਚੋਂ ਅਸੀਂ ਇਹ ਟੌਪਿਕ ਕੀਤਾ ਸੀਗਾ ਔਰ ਇਹ ਟੌਪਿਕ ਹੁਣ ਖ਼ਤਮ ਹੁੰਦਾ। ਇਹਦੇ ਵਿੱਚੋਂ ਜੇ ਤੁਸੀਂ ਮੋਟਾ ਰੀਕੈਪ ਲੈਣਾ ਹੈ ਤਾਂ ਤੁਸੀਂ ਲੈ ਸਕਦੇ ਹਾਂ ਕਿ ਆਪਾਂ ਕੀ ਪੜ੍ਹਿਆ। ਸਭ ਤੋਂ ਪਹਿਲਾਂ ਆਪਾਂ ਦੇਖਿਆ ਕਿ ਭਾਰਤੀ ਮਹਾਂਦੀਪ ਦੇ ਵਿੱਚ ਕਿਹੜੇ 6 ਦੇਸ਼ ਆਉਂਦੇ ਨੇ, ਉਹ ਅਸੀਂ ਦੇਖੇ। ਆਫਟਰ ਦੈਟ ਕਿਹੜੇ ਟਾਈਮ 'ਤੇ ਕਿਹੜੇ ਨਾਮ ਦੇ ਨਾਲ ਭਾਰਤ ਨੂੰ ਜਾਣਿਆ ਜਾਂਦਾ ਸੀ। ਠੀਕ ਹੈ, ਫਿਰ ਪਰਿਵਰਤਨ ਦੀ ਸਦੀ ਜਿਹੜੀ ਹੈ ਕਿਹੜੀ ਸਦੀ ਨੂੰ ਮੰਨਿਆ ਜਾਂਦਾ ਹੈ। ਠੀਕ ਹੈ, ਕਿਉਂ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੁੱਢਲਾ ਮੱਧਕਾਲੀਨ ਪੀਰੀਅਡ ਕਿਹੜਾ ਹੈ। ਠੀਕ ਹੈ, ਔਰ ਆਫਟਰ ਦੈਟ ਅਸੀਂ ਦੇਖਿਆ ਕਿ ਕਿਹੜੇ ਸਰੋਤ ਨੇ ਜਿਨ੍ਹਾਂ ਤੋਂ ਸਾਨੂੰ ਮੱਧਕਾਲੀਨ ਯੁੱਗ ਦੇ ਬਾਰੇ ਇਨਫੋਰਮੇਸ਼ਨ ਮਿਲ ਸਕਦੀ ਹੈ। ਠੀਕ ਹੈ, ਆਫਟਰ ਦੈਟ ਅਸੀਂ ਦੇਖਿਆ ਕਿ ਸਾਹਿਤਿਕ ਸਰੋਤਾਂ ਦੇ ਵਿੱਚ ਕੀ ਆਉਂਦਾ ਹੈ। ਠੀਕ ਹੈ, ਫਿਰ ਇਲਬਦੂਤਾ ਨੇ ਕਿਹੜੀ ਬੁੱਕ ਲਿਖੀ ਸੀ। ਠੀਕ ਹੈ, ਉਹ ਕਿਹੜੇ ਰਾਜੇ ਦੇ ਬਾਰੇ ਇਨਫੋਰਮੇਸ਼ਨ ਦਿੰਦੀ ਹੈ। ਠੀਕ ਹੈ, ਸੰਗੀਤਾਂ ਦੇ ਵਿੱਚ ਤਾਨਸੇਨ ਜਿਹੜਾ ਹੈ ਉਹ ਅਕਬਰ ਬਾਦਸ਼ਾਹ ਜਿਹੜਾ ਸੀਗਾ ਉਹਦਾ ਹੈ ਨਾ ਕਹਿ ਸਕਦੇ ਹਾਂ ਕਿ ਦਰਬਾਰੀ ਕਵੀ ਕਹਿ ਸਕਦੇ ਹਾਂ ਹੈ ਨਾ। ਸੋ ਇਹ ਇਹਨਾਂ ਨੇ ਤਾਨਸੇਨ ਦੀ ਫੋਟੋ ਦਿਖਾਈ ਹੋਈ ਹੈ। ਠੀਕ ਹੈ, ਇਹ ਚਿੱਤਰਕਾਰੀ। ਠੀਕ ਹੈ, ਇਹ ਕੁਝ ਸਰੋਤ ਨੇ ਜਿਨ੍ਹਾਂ ਤੋਂ ਸਾਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਹੈਗੀ ਆ। ਯੂ ਕੈਨ ਸੇ ਦੈਟ ਕਿ ਜਿਹੜਾ ਮੈਡੀਵਲ ਹਿਸਟਰੀ ਹੈਗੀ ਆ, ਮੱਧਕਾਲੀਨ ਯੁੱਗ ਹੈਗਾ, ਉਹਦੇ ਬਾਰੇ ਇਨਫੋਰਮੇਸ਼ਨ ਮਿਲਦੀ ਆ। ਸੋ ਥੈਂਕ ਯੂ।